ਸਾਲ 2020 ਦੀ ਸ਼ੁਰੂਆਤ ਦੇ ਵਿੱਚ ਕਰੋਨਾ ਮਹਾਮਾਰੀ ਨੇ ਪੂਰੇ ਸੰਸਾਰ ਦੇ ਵਿੱਚ ਆਪਣਾ ਕਹਿਰ ਬਰਪਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਤੋਂ ਬਾਅਦ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਨੇ ਆਪੋ ਆਪਣੇ ਮੁਲਕ ਦੇ ਵਿੱਚ ਆਪੋ ਆਪਣੇ ਪੱਧਰ ਉੱਤੇ ਲਾਕਡਾਊਨ ਲਗਾਇਆ ਗਿਆ ਅਤੇ ਲੋਕਾਂ ਨੂੰ ਕਰੋਨਾ ਤੋਂ ਬਚਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਭਾਰਤ ਦੇ ਵਿੱਚ ਵੀ ਇਸ ਨੂੰ ਲੈ ਕੇ ਪ੍ਰੋਟੋਕਾਲ ਤਿਆਰ ਕੀਤਾ ਗਿਆ। ਹਰ ਇੱਕ ਨੂੰ ਸਮਾਜਿਕ ਦੂਰੀ ਰੱਖਣ ਲਈ ਕਿਹਾ ਗਿਆ ਤੇ ਮਾਸਕ ਪਹਿਨਣ ਲਈ ਕਿਹਾ ਗਿਆ। ਇੱਥੋਂ ਤੱਕ ਕਿ ਹੱਥਾਂ ਨੂੰ ਸਾਫ਼ ਕਰਨ ਦੇ ਲਈ ਵਾਰ-ਵਾਰ ਸੈਨੀਟਾਈਜ਼ਰ ਦਾ ਇਸਤੇਮਾਲ ਕਰਨ ਦੀ ਗੱਲ ਵੀ ਕਹੀ ਗਈ। ਲੇਕਿਨ ਇਸ ਦੇ ਬਾਵਜੂਦ ਕਰੋਨਾ ਦੀ ਦੂਸਰੀ ਲਹਿਰ ਨੇ ਫਿਰ ਤੋਂ 2021 ਦੇ ਵਿੱਚ ਆਪਣੀ ਦਸਤਕ ਦਿੱਤੀ ਤੇ ਕਾਫੀ ਸਾਰੀਆਂ ਮੌਤਾਂ ਭਾਰਤ ਦੇ ਵਿੱਚ ਹੋਈਆਂ ਤੇ ਪੰਜਾਬ ਦੇ ਵਿੱਚ ਵੀ ਇਸ ਦਾ ਖਾਸਾ ਅਸਰ ਰਿਹਾ। ਇਸੇ ਨੂੰ ਲੈ ਕੇ ਹੁਣ ਤੀਜੀ ਵੇਵ ਯਾਨੀ ਕਿ ਕਰੋਨਾ ਦੀ ਤੀਸਰੀ ਲਹਿਰ ਆਉਣ ਦੀਆਂ ਵੀ ਕੌਮਾਂਤਰੀ ਪੱਧਰ ਤੇ ਸਿਹਤ ਸੰਸਥਾਵਾਂ ਨੇ ਜੋ ਉਹ ਗੱਲਾਂ ਕਰ ਰਹੀਆਂ ਨੇ ਤੇ ਹੁਣ ਤੀਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਦੇ ਬਠਿੰਡਾ ਦੇ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਨਵੀਂ ਖੋਜ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਦੋਵਾਂ ਯੂਨੀਵਰਸਿਟੀਆਂ ਵੱਲੋਂ ਇੱਕ ਖੋਜ ਕੀਤੀ ਗਈ ਹੈ ਆਕਸੀਜਨ ਕੰਸੈਂਟਰੇਟਰ ਉੱਪਰ ਅਤੇ ਦੱਸਿਆ ਗਿਆ ਹੈ ਕਿ ਕੋਵਿਡ-19 ਨੂੰ ਦੇਖਦੇ ਹੋਏ ਦੋਵਾਂ ਯੂਨੀਵਰਸਿਟੀਆਂ ਨੇ ਇਹ ਉਪਰਾਲਾ ਕੀਤਾ ਹੈ। ਹੁਣ ਕੀ ਕਹਿਣਾ ਹੈ ਉੱਥੋਂ ਦੇ ਵਾਈਸ ਚਾਂਸਲਰ ਅਤੇ ਡਾਕਟਰਾਂ ਦਾ, ਆਓ ਸੁਣੋ। ਅੱਜ ਦੀ ਜਿਹੜੀ ਅਸੀਂ ਇੱਕ ਜੁਆਇੰਟ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਐਂਡ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਸਾਡਾ ਇੱਕ ਜੁਆਇੰਟ ਜਿਹੜਾ ਰਿਸਰਚ ਪ੍ਰੋਜੈਕਟ ਹੈ ਜਿਹਦੇ 'ਚ ਕੰਸੈਂਟਰੇਟਰ ਦੇ ਉੱਪਰ ਕੰਮ ਕੀਤਾ ਗਿਆ ਕਿਉਂਕਿ ਕੋਵਿਡ ਦੇ ਮੱਦੇਨਜ਼ਰ ਜਿਹਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਸੀ ਤਾਂ ਉਹਦੇ 'ਤੇ ਇੱਕ ਆਲਟਰਨੇਟਿਵ ਟੈਕਨੋਲੋਜੀ 'ਤੇ ਦੋਨੋਂ ਰਿਸਰਚਰਸ ਨੇ ਕੰਮ ਕੀਤਾ। ਤਾਂ ਜਿਹੜੀ ਆਲਟਰਨੇਟਿਵ ਟੈਕਨੋਲੋਜੀ ਡਿਵੈਲਪ ਕੀਤੀ ਹੈ ਉਹ ਬਹੁਤ ਜ਼ਿਆਦਾ ਚੀਪ ਹੈ ਕੰਪੈਰੀਟਿਵ ਟੂ ਜੋ ਪਹਿਲਾਂ ਐਗਜ਼ਿਸਟ ਕਰਦੀ ਹੈ। ਜਿਹੜਾ ਮਟੀਰੀਅਲ ਪਹਿਲਾਂ ਯੂਜ਼ ਕਰਦੇ ਆ ਉਹ ਬਹੁਤ ਜ਼ਿਆਦਾ ਕਾਸਟਲੀ ਹੈ ਔਰ ਜੋ ਨਿਊ ਟੈਕਨੀਕ ਸਾਹਮਣੇ ਆਈ ਹੈ ਉਹਦੇ 'ਚ ਜਿਹੜੀ ਮਟੀਰੀਅਲ ਦੀ ਕਾਸਟ ਹੈ ਦੈਟ ਇਜ਼ ਆਲਮੋਸਟ 1/10 ਆਫ ਦਾ ਪ੍ਰੀਵੀਅਸ ਹੈ। ਔਰ ਸੈਕੰਡਲੀ ਜੋ ਉਹ ਟੈਕਨੋਲੋਜੀ ਹੈ ਉਹ ਇੰਡੀਜੀਨੀਅਸ ਨਹੀਂ ਹੈ। ਜੋ ਇਹ ਨਵੀਂ ਟੈਕਨੋਲੋਜੀ ਅਸੀਂ ਡਿਵੈਲਪ ਕਰ ਰਹੇ ਹਾਂ ਜਿਹੜੇ 'ਤੇ ਦੋਨੋਂ ਕੰਮ ਕਰ ਰਹੇ ਆ ਉਹ ਇੰਡੀਅਨ ਟੈਕਨੋਲੋਜੀ ਹੋਊਗੀ। ਔਰ ਉਹਦੇ ਨਾਲ ਨਾਲ ਇੱਕ ਹੋਰ ਜਿਹੜੀ ਸਾਰਿਆਂ ਤੋਂ ਵੱਡੀ ਉਹ ਹੈ ਕਿ ਉਹਦੇ 'ਤੇ ਜਿਹੜੀ એનર્ਜੀ ਹੈ ਜਿਹੜੀ ਪਾਵਰ ਹੈ ਉਹਦੀ ਸੇਵਿੰਗ ਬਹੁਤ ਜ਼ਿਆਦਾ ਹੈ ਕਿਉਂਕਿ ਪੁਰਾਣਾ ਜਿਹੜਾ ਕੰਸੈਂਟਰੇਟਰ ਹੈ ਉਹਦੇ 'ਚ ਜਿਹੜੇ ਮੋਲੀਕੂਲਸ ਨੂੰ ਹਾਈ ਟੈਂਪਰੇਚਰ ਦੇ ਉੱਪਰ ਵੀ ਰੱਖਣਾ ਪੈਂਦਾ ਹੈ ਅਤੇ ਉਹ ਹਾਈ ਪ੍ਰੈਸ਼ਰ ਦੇ ਉੱਪਰ ਕੰਮ ਕਰਦਾ ਹੈ। ਇਹਦੇ ਸਾਨੂੰ ਨਾ ਹੀ ਹਾਈ ਪ੍ਰੈਸ਼ਰ ਦੀ ਲੋੜ ਹੈ ਨਾ ਹੀ ਹੀਟਿੰਗ ਦੀ ਲੋੜ ਹੈ ਜਿਹਦੇ ਕਰਕੇ ਬਹੁਤ ਜ਼ਿਆਦਾ ਪਾਵਰ ਵੀ ਸੇਵ ਹੋਊਗੀ। ਤਾਂ ਇਹਦੇ ਨਾਲ ਨਾਲ ਆਉਣ ਵਾਲੇ ਟਾਈਮ 'ਚ ਦੋਨੋਂ ਯੂਨੀਵਰਸਿਟੀਆਂ ਮਿਲ ਕੇ ਹੋਰ ਨਵੇਂ ਰਿਸਰਚ ਪ੍ਰੋਜੈਕਟਸ ਦੇ ਉੱਪਰ ਵੀ ਕੰਮ ਕਰਦੀਆਂ ਰਹਿਣਗੀਆਂ ਡਿਫਰੈਂਟ ਫੀਲਡ ਦੇ ਵਿੱਚ ਜੋ ਰਿਕੁਆਇਰਮੈਂਟ ਹੋਊ। ਅਸੀਂ ਕੋਲੈਬੋਰੇਟ ਕੀਤਾ ਹੈ ਵਿਦ MRSPTU ਔਨ ਅ ਮਟੀਰੀਅਲ ਕਾਲਡ ਜਿਹਨੂੰ ਕਹਿੰਦੇ ਆ ਮੈਟਲ ਆਰਗੈਨਿਕ ਫਰੇਮਵਰਕ। ਇਹ ਮਟੀਰੀਅਲ ਜਿਹੜਾ ਹੈ ਖਾਸ ਬਣਾਇਆ ਫॉर द पर्पज़ ऑफ ਨਾਈਟ੍ਰੋਜਨ ਸੈਪਰੇਸ਼ਨ फ्रॉम एयर ताकि ऑक्सीजन ਜਿਹੜੀ ਹੈ ਫ੍ਰੀ ਲਿਬਰੇਟ ਹੋਏ ਔਰ ਉਹ ਜਿਹੜੀ ਹੈ ਅਸੀਂ ਪੇਸ਼ੈਂਟ ਨੂੰ ਦੇ ਸਕੀਏ ਅੱਗੇ। ਤੇ ਇਹਦੀ ਐਫੀਸ਼ੀਐਂਸੀਜ਼ ਜਿਹੜੀਆਂ ਉਹ ਅਰਾਊਂਡ 93% ਆ ਰਹੀ ਹੈ 93 to 97% ਆ ਰਹੀ ਹੈ ਵਿਚ ਇਜ਼ ਅੰਡਰ ਦ ਲਿਮਿਟਸ ਆਫ ਇੰਡੀਅਨ ਫਾਰਮਾਕੋਪੀਆ ਯੂਰੋਪੀਅਨ ਐਜ਼ ਵੈਲ ਐਜ਼ US ਫਾਰਮਾਕੋਪੀਆ। ਤੇ ਇਹਨੂੰ ਆਪਾਂ ਐਡਮਿਨਿਸਟਰ ਕਰ ਸਕਦੇ ਹਾਂ। ਇਹ ਟੈਂਟੇਟਿਵਲੀ ਦਿਖਦਾ ਪਿਆ ਤੇ ਵੀ ਆਰ ਲੁਕਿੰਗ ਫॉर ਫਰਦਰ ਕਮਰਸ਼ੀਅਲਾਈਜੇਸ਼ਨ ਆਫ ਦਿਸ ਪ੍ਰੋਡਕਟ। ਜਦੋਂ ਕੋਵਿਡ ਸੈਕਿੰਡ ਵੇਵ ਆਈ ਤਾਂ ਅਸੀਂ ਆਕਸੀਜਨ ਦੀ ਸਪਲਾਈ ਘੱਟ ਦੇਖਦੇ ਹੋਏ ਆਪਣੀਆਂ ਲੈਬਸ ਦੇ ਵਿੱਚ ਐਸਾ ਮਟੀਰੀਅਲ ਬਣਾਉਣ ਦੀ ਕੋਸ਼ਿਸ਼ ਕੀਤੀ ਬਲਕਿ ਬਣਾ ਲਿਆ ਜਿਹਦੇ ਨਾਲ ਹਵਾ 'ਚੋਂ ਨਾਈਟ੍ਰੋਜਨ ਸੈਪਰੇਟ ਕਰਕੇ ਆਕਸੀਜਨ ਅਲੱਗ ਤੋਂ ਕੰਸੈਂਟਰੇਟਰ ਦੇ ਥਰੂ ਆਪਾਂ ਪੇਸ਼ੈਂਟ ਨੂੰ ਦੇ ਸਕਦੇ ਹਾਂ। ਅਗਰ ਅਸੀਂ ਇਸੇ ਟੈਕਨੋਲੋਜੀ ਨੂੰ ਫਰਦਰ ਡਿਵੈਲਪ ਕਰ ਲੈਂਦੇ ਹਾਂ ਤਾਂ ਸ਼ਾਇਦ ਕੋਵਿਡ ਦੇ ਡਿਊਰਿੰਗ ਨਾ ਤਾਂ ਆਕਸੀਜਨ ਦੀ ਟਰਾਂਸਪੋਰਟੇਸ਼ਨ 'ਚ ਪ੍ਰੋਬਲਮ ਆਏਗੀ ਐਂਡ ਵੀ ਔਰ ਆਪਾਂ ਪੋਰਟੇਬਲ ਮਤਲਬ ਇਹ ਜੋ ਕੰਸੈਂਟਰੇਟਰ ਹੈ ਜਿਹਦੇ 'ਚ ਮਟੀਰੀਅਲ ਯੂਜ਼ ਹੋਏਗਾ ਉਹਨੂੰ ਕਿਸੇ ਵੀ ਜਗ੍ਹਾ 'ਤੇ ਯੂਜ਼ ਕਰ ਸਕਦੇ ਹਾਂ। ਸੋ ਅਸੀਂ ਆਪਣੀ ਲੈਬ 'ਚ 3 ਤਰ੍ਹਾਂ ਦੇ ਮਟੀਰੀਅਲ ਬਣਾਏ ਹੈ ਜੋ ਹਵਾ 'ਚੋਂ ਨਾਈਟ੍ਰੋਜਨ ਨੂੰ ਅਲੱਗ ਕਰਕੇ ਆਕਸੀਜਨ ਜੋ ਹੈ ਉਹ ਪੇਸ਼ੈਂਟ ਨੂੰ ਸਪਲਾਈ ਕਰ ਸਕਦੇ ਹੈ। ਔਰ ਇਸ ਟੈਕਨੋਲੋਜੀ ਨੂੰ ਡਿਵੈਲਪ ਕਰਨ ਲਈ ਸਾਨੂੰ ਸਾਡੇ ਵਾਈਸ ਚਾਂਸਲਰ ਸਰ ਦਾ ਪੂਰਾ ਸਹਿਯੋਗ ਰਿਹਾ। ਜਦੋਂ ਵੀ ਜਿੱਥੇ ਵੀ ਸਾਨੂੰ ਜ਼ਰੂਰਤ ਪਈ ਹੈ ਸਰ ਨੇ ਉੱਦਾਂ ਹੀ ਮੈਨੂੰ ਇਹ ਕਿਹਾ ਕਿ ਪੁੱਛਣ ਦੀ ਲੋੜ ਨਹੀਂ ਹੈ ਚਾਹੇ ਤੁਸੀਂ ਰਾਤ ਨੂੰ ਜਿੰਨੇ ਮਰਜ਼ੀ ਕੈਮੀਕਲ ਯੂਜ਼ ਕਰੋ ਲੇਕਿਨ ਤੁਸੀਂ ਇਹ ਟੈਕਨੋਲੋਜੀ ਡਿਵੈਲਪ ਕਰ ਲਓ।
ਦੱਸਿਆ ਜਾ ਰਿਹਾ ਹੈ ਕਿ ਇਸ ਖੋਜ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਤੇ ਜੋ ਪਹਿਲਾਂ ਆਕਸੀਜਨ ਕੰਸੈਂਟਰੇਟਰ ਨੇ ਉਹ ਵਿਦੇਸ਼ੀ ਨੇ ਤੇ ਹੁਣ ਜੋ ਖੋਜ ਕੀਤੀ ਗਈ ਹੈ ਉਹ ਇੰਡੀਅਨ ਖੋਜ ਹੈ। ਇਸ ਵਿੱਚ ਖਰਚਾ ਵੀ ਘੱਟ ਆਵੇਗਾ ਤੇ ਕੋਵਿਡ ਮਰੀਜ਼ਾਂ ਨੂੰ ਕਾਫੀ ਜ਼ਿਆਦਾ ਫਾਇਦਾ ਮਿਲੇਗਾ। ਬਠਿੰਡਾ ਤੋਂ ਵੀਕੇ ਬਹਿਲ ਦੀ ਰਿਪੋਰਟ, ਜਗਬਾਣੀ ਟੀਵੀ।